इंग्लिश ग्रामर ਨੂੰ ਸਿੱਖਣ ਵਾਸਤੇ ਪਹਿਲਾਂ ਸਾਡੇ ਬੇਸਿਕਸ ਬਿਲਕੁਲ ਕਲੀਅਰ ਹੋਣੇ ਚਾਹੀਦੇ ਨੇ। ਉਹਨਾਂ ਬੇਸਿਕਸ ਦਾ ਇੱਕ ਪਾਰਟ ਹੈ ਸਬਜੈਕਟ, ਆਬਜੈਕਟ ਤੇ ਪ੍ਰੈਡੀਕੇਟ। ਹੈਲੋ एवरीवन, ਮਾਈ ਨੇਮ ਇਜ਼ ਹਰਪ੍ਰੀਤ ਸਿੰਘ। ਵੈਲਕਮ ਟੂ ਮਾਈ ਚੈਨਲ ਏਕਸ ਲਰਨਿੰਗ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਸਬਜੈਕਟ, ਆਬਜੈਕਟ ਤੇ ਪ੍ਰੈਡੀਕੇਟ ਇਹਨਾਂ ਤਿੰਨਾਂ ਦਾ ਮੀਨਿੰਗ ਕੀ ਹੈ, ਇਹਨਾਂ ਨੂੰ ਅਸੀਂ ਸੈਂਟੈਂਸਸ ਦੇ ਵਿੱਚ ਕਿਵੇਂ ਲੱਭ ਸਕਦੇ ਆ ਤੇ ਨਾਲ ਹੀ ਕੁਝ ਆਪਾਂ ਐਗਜ਼ਾਮਪਲਸ ਡਿਸਕਸ ਕਰਾਂਗੇ ਜਿਹਦੇ ਨਾਲ ਕਿ ਤੁਹਾਨੂੰ ਇਹਨਾਂ ਤਿੰਨਾਂ ਦੇ ਵਿੱਚ ਕੀ ਡਿਫਰੈਂਸ ਹੈ ਤੇ ਇਹਨਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ, ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗ। ਇੰਗਲਿਸ਼ ਦੇ ਵਿੱਚ ਸੈਂਟੈਂਸ ਦੇ ਬੇਸਿਕਲੀ ਦੋ ਪਾਰਟਸ ਹੁੰਦੇ ਨੇ, ਤਾਂ ਉਹ ਦੋ ਪਾਰਟਸ ਨੇ, ਪਹਿਲਾ ਹੈਗਾ ਸਬਜੈਕਟ ਤੇ ਦੂਜਾ ਹੈਗਾ ਪ੍ਰੈਡੀਕੇਟ। ਤਾਂ ਪ੍ਰੈਡੀਕੇਟ ਨੂੰ ਅੱਗੇ ਫਰਦਰ ਇਹਦੀ ਇੱਕ ਹੋਰ ਕਿਸਮ ਹੈ ਜਿਹਨੂੰ ਅਸੀਂ ਕਹਿ ਦਿੰਦੇ ਆ ਆਬਜੈਕਟ। ਸੋ ਹੁਣ ਅਸੀਂ ਗੱਲ ਕਰਾਂਗੇ ਕਿ ਸਬਜੈਕਟ ਤੇ ਪ੍ਰੈਡੀਕੇਟ ਦਾ ਮੀਨਿੰਗ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਸਬਜੈਕਟ ਤੋਂ ਗੱਲ ਕਰਦੇ ਹਾਂ। ਇਨ ਐਵਰੀ ਸੈਂਟੈਂਸ ਵੀ ਮੈਂਸ਼ਨ ਅ ਪਰਸਨ, ਪਲੇਸ, ਥਿੰਗ ਔਰ ਐਨ ਅਬਸਟ੍ਰੈਕਟ ਨਾਊਨ that is known as a subject। ਸੋ ਇਹਦਾ ਮਤਲਬ ਹੈ ਕਿ ਹਰ ਸੈਂਟੈਂਸ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਵਿਅਕਤੀ ਬਾਰੇ, ਕਿਸੇ ਜਗ੍ਹਾ ਬਾਰੇ, ਕਿਸੇ ਚੀਜ਼ ਬਾਰੇ ਜਾਂ ਕੋਈ ਅਬਸਟ੍ਰੈਕਟ ਨਾउन ਹੁੰਦਾ ਹੈ ਜਿਹੜੀਆਂ ਸਿਰਫ ਫੀਲਿੰਗਸ ਨੇ ਜਿਹਨੂੰ ਅਸੀਂ ਵੇਖ ਨਹੀਂ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ। ਜਿਵੇਂ ਅਸੀਂ ਕਹਿ ਦਿੰਦੇ ਆ ਓਨੈਸਟੀ, ਕਰੇਜ, ਫਰੈਂਡਸ਼ਿਪ, ਪੇਨ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹਨੂੰ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ, ਅਸੀਂ ਵੇਖ ਨਹੀਂ ਸਕਦੇ, ਉਹ ਹੁੰਦੇ ਨੇ ਅਬਸਟ੍ਰੈਕਟ ਨਾउन्स। ਤਾਂ ਇਹੋ ਜਿਹੀਆਂ ਚੀਜ਼ਾਂ, ਜੇ ਕੋਈ ਵਿਅਕਤੀ ਦਾ ਨਾਮ ਹੈ, ਜਗ੍ਹਾ ਦਾ ਨਾਮ ਹੈ, ਅਬਸਟ੍ਰੈਕਟ ਨਾउन ਹੈ ਜਾਂ ਕਿਸੇ ਚੀਜ਼ ਦਾ ਨਾਮ ਦਿੱਤਾ ਗਿਆ ਹੈ, ਤਾਂ ਉਹਨੂੰ ਅਸੀਂ ਸਬਜੈਕਟ ਕਹਿੰਦੇ ਹਾਂ। ਹੁਣ ਸਾਨੂੰ ਸਬਜੈਕਟ ਦਾ ਪਤਾ ਕਿਵੇਂ ਲੱਗੇਗਾ, ਅਸੀਂ ਕਿਵੇਂ ਲੱਭ ਸਕਦੇ ਹਾਂ ਕਿ ਇਸ ਸੈਂਟੈਂਸ ਦੇ ਵਿੱਚ ਜਿਹੜਾ ਸਬਜੈਕਟ ਕਿਹੜਾ ਹੈ। ਤਾਂ ਤੁਸੀਂ ਦੋ ਵਰਡਸ ਤੋਂ ਕੁਐਸਚਨ ਪੁੱਛ ਸਕਦੇ ਜੇ। ਇੱਕ ਹੈਗਾ ਹੂ, ਦੂਜਾ ਹੈਗਾ ਵਟ। ਤਾਂ ਇਹ ਹੂ ਜਾਂ ਵਟ ਲਾ ਕੇ ਤੁਸੀਂ ਜਦੋਂ ਕੁਐਸਚਨ ਪੁੱਛੋਗੇ ਸੈਂਟੈਂਸ ਦੇ ਵਿੱਚ, ਜਿਹੜਾ ਤੁਹਾਨੂੰ ਆਨਸਰ ਇਹਦੇ ਵਿੱਚ ਮਿਲੇਗਾ ਉਹੀ ਉਸ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੇ ਯੂਜ਼ ਕੀਤਾ ਗਿਆ। ਅੱਗੇ ਆਪਾਂ ਇਹਨਾਂ ਦੇ ਐਗਜ਼ਾਮਪਲਸ ਕੁਝ ਦੇਖਾਂਗੇ, ਫਿਰ ਤੁਹਾਨੂੰ ਕਲੀਅਰ ਹੋ ਜਾਏਗਾ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੈਡੀਕੇਟ ਦੇ ਬਾਰੇ। ਸੋ whatever is said about a person, place, thing or an abstract noun, it is known as predicate। ਸੋ ਇਹਦਾ ਮਤਲਬ ਹੈ ਕਿ ਸਬਜੈਕਟ ਦੇ ਬਾਰੇ ਜਿਹੜੀ ਵੀ ਗੱਲ ਕੀਤੀ ਗਈ ਹੈ ਉਸ ਨੂੰ ਅਸੀਂ ਪ੍ਰੈਡੀਕੇਟ ਕਹਿ ਦਿੰਦੇ ਹਾਂ। ਜਿਵੇਂ ਕੋਈ ਵਿਅਕਤੀ ਦੇ ਬਾਰੇ ਜਿਹੜੀ ਗੱਲ ਕਹੀ ਗਈ ਹੈ ਉਹ ਪ੍ਰੈਡੀਕੇਟ ਹੈ, ਕਿਸੇ ਜਗ੍ਹਾ ਬਾਰੇ ਗੱਲ ਕੀਤੀ ਗਈ ਹੈ ਉਹ ਪ੍ਰੈਡੀਕੇਟ ਹੈ। ਸੋ ਇਸ ਤਰ੍ਹਾਂ ਸਬਜੈਕਟ ਨੂੰ ਛੱਡ ਕੇ ਜਿੰਨਾ ਵੀ ਬਾਕੀ ਪਾਰਟ ਬਚਦਾ ਹੈ ਸੈਂਟੈਂਸ ਦੇ ਵਿੱਚ, ਉਹ ਸਾਰੇ ਦਾ ਸਾਰਾ ਪ੍ਰੈਡੀਕੇਟ ਹੁੰਦਾ ਹੈ। ਸਬਜੈਕਟ ਤੇ ਪ੍ਰੈਡੀਕੇਟ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਅਸੀਂ ਕੁਝ ਤੁਹਾਡੇ ਨਾਲ ਐਗਜ਼ਾਮਪਲਸ ਡਿਸਕਸ ਕਰਾਂਗੇ। ਸੋ ਫਸਟ ਐਗਜ਼ਾਮਪਲ ਹੈ ਮੀਨਾ ਸੈਂਗ ਅ ਸੌਂਗ। ਸੋ ਇਹਦੇ ਵਿੱਚ ਅਸੀਂ ਲੱਭਣਾ ਹੈ ਕਿ ਸਬਜੈਕਟ ਕਿਹੜਾ ਹੈ ਤੇ ਪ੍ਰੈਡੀਕੇਟ ਕਿਹੜਾ ਹੈ। ਸੋ ਜਿਵੇਂ ਕਿ ਤੁਹਾਨੂੰ ਰੂਲਸ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਸੇ ਵੀ ਵਿਅਕਤੀ ਦਾ ਨਾਮ ਹੋਵੇ ਜਾਂ ਕੋਈ ਜਗ੍ਹਾ ਦਾ ਨਾਮ ਹੋਵੇ ਜਾਂ ਅਬਸਟ੍ਰੈਕਟ ਨਾउन ਹੋਵੇ, ਕੋਈ ਚੀਜ਼ ਦਾ ਨਾਮ ਹੋਵੇ, ਤਾਂ ਉਹ ਇੱਕ ਸਬਜੈਕਟ ਹੁੰਦਾ ਹੈ। ਜਾਂ ਦੂਜਾ ਤਰੀਕਾ ਇਹ ਆ ਹੂ ਜਾਂ ਵਟ, ਇਹਨਾਂ ਦੋਨਾਂ ਦਾ ਨਾਲ ਤੁਸੀਂ ਕੁਐਸਚਨ ਪੁੱਛੋ, ਜਿਹੜਾ ਤੁਹਾਨੂੰ ਆਨਸਰ ਮਿਲੇਗਾ ਉਹੀ ਹੁੰਦਾ ਸਬਜੈਕਟ ਹੋਏਗਾ। ਜਿਵੇਂ ਹੁਣ ਇਹਦੇ ਵਿੱਚ ਵਿਅਕਤੀ ਕੌਣ ਹੈ? ਮੀਨਾ। ਸੋ ਮੀਨਾ ਇਟ ਮੀਨਸ ਇਟ ਇਜ਼ ਸਬਜੈਕਟ, ਤੇ ਬਾਕੀ ਜਿਹੜਾ ਰਹਿੰਦਾ ਪਾਰਟ ਹੈ ਸੈਂਟੈਂਸ ਦਾ ਸੈਂਗ ਅ ਸੌਂਗ, ਉਹ ਇੱਕ ਪ੍ਰੈਡੀਕੇਟ ਹੈ। ਹੁਣ ਤੁਸੀਂ ਇਹਦੇ ਵਿੱਚ ਕੁਐਸਚਨ ਲਾ ਕੇ ਵੀ ਪੁੱਛ ਸਕਦੇ ਜੇ, ਜਿਵੇਂ ਹੂ ਸੈਂਗ ਅ ਸੌਂਗ। ਹੁਣ ਹੂ ਸੈਂਗ ਅ ਸੌਂਗ ਆਪਾਂ ਨੂੰ ਆਨਸਰ ਉਹਦਾ ਮਿਲਦਾ ਨਾ ਕਿ ਮੀਨਾ ਸੈਂਗ ਅ ਸੌਂਗ। ਸੋ ਇਟ ਮੀਨਸ ਕਿ ਹੂ ਦਾ ਜਿਹੜਾ ਜਾਂ ਵਟ ਦਾ ਆਨਸਰ ਤੁਹਾਨੂੰ ਜਿਹੜਾ ਵੀ ਵਰਡ ਦਿੰਦਾ ਹੈ ਉਹੀ ਉਹ ਵਰਡ ਹੁੰਦਾ ਸਬਜੈਕਟ ਹੋਏਗਾ। ਸੈਕੰਡ ਐਗਜ਼ਾਮਪਲ ਹੈ ਓਨੈਸਟੀ ਇਜ਼ ਦਾ ਬੈਸਟ ਪਾਲਿਸੀ। ਹੁਣ ਤੁਹਾਨੂੰ ਦੱਸਿਆ ਸੀ ਕਿ ਅਬਸਟ੍ਰੈਕਟ ਨਾउन्स ਜਿਹੜੇ ਹੁੰਦੇ ਨੇ ਉਹ ਵੀ ਸਬਜੈਕਟ ਹੋ ਸਕਦੇ ਨੇ। ਸੋ ਇਹਦੇ ਵਿੱਚ ਅਬਸਟ੍ਰੈਕਟ ਨਾउन ਕਿਹੜਾ ਹੈ? ਓਨੈਸਟੀ। ਅਬਸਟ੍ਰੈਕਟ ਨਾउन ਮੀਨਸ ਜਿਹਨੂੰ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ, ਅਸੀਂ ਉਹਨੂੰ ਵੇਖ ਨਹੀਂ ਸਕਦੇ, ਇਹ ਫੀਲਿੰਗਸ ਨੇ। ਤਾਂ ਓਨੈਸਟੀ ਜਿਹੜਾ ਹੈ ਇਹ ਸਾਡਾ ਹੋ ਗਿਆ ਸਬਜੈਕਟ ਤੇ ਬਾਕੀ ਦਾ ਪਾਰਟ ਹੋ ਗਿਆ ਪ੍ਰੈਡੀਕੇਟ। ਹੁਣ ਇਹਨੂੰ ਅਸੀਂ ਹੂ ਜਾਂ ਵਟ ਦੇ ਨਾਲ ਤੁਸੀਂ ਵੀ ਪੁੱਛ ਸਕਦੇ ਜੇ, ਵਟ ਇਜ਼ ਦਾ ਬੈਸਟ ਪਾਲਿਸੀ, ਤਾਂ ਆਨਸਰ ਕੀ ਆਏਗਾ? ਓਨੈਸਟੀ ਇਜ਼ ਦਾ ਬੈਸਟ ਪਾਲਿਸੀ। ਸੋ ਇਟ ਮੀਨਸ ਕਿ ਜਿਹੜਾ ਵਰਡ ਇਹਦਾ ਆਨਸਰ ਦਿੰਦਾ ਹੈ ਉਹੀ ਹੋ ਗਿਆ ਸਬਜੈਕਟ, ਤੇ ਬਾਕੀ ਸਾਰੇ ਦਾ ਸਾਰਾ ਪਾਰਟ ਜਿੰਨਾ ਵੀ ਬਾਕੀ ਬਚ ਜਾਂਦਾ ਹੈ ਉਹ ਹੁੰਦਾ ਹੈ ਪ੍ਰੈਡੀਕੇਟ। ਥਰਡ ਐਗਜ਼ਾਮਪਲ ਹੈ ਅੱਗੇ
शी वॉज क्लीनिंग यूटेंसिल्स। सो इस सेंटेंस दे विच असीं देखिए कि सबजैक्ट किहड़ा ते प्रैडिकेट किहड़ा है। तां इहदे विच शी जिहड़ा है वो सबजैक्ट है, ठीक है, ते बाकी दा रहिंदा जिहड़ा पार्ट है सारे सारा प्रैडिकेट। जिवें इहदे विच क्वेश्चन तुसीं पुछ सकदे जे हू ला के, हू वॉज क्लीनिंग यूटेंसिल्स, ते आपां नूं आंसर आ जांदा है शी वॉज क्लीनिंग यूटेंसिल्स। सो उहदा आंसर जिहड़ा भी वर्ड सानूं दे रिहा है इट मीनस कि वो हैगा है सबजैक्ट। सो हुण असीं गल करांगे टाइप्स ऑफ सबजैक्ट। तां सबजैक्ट बेसिकली तीन तरह दे हुंदे ने। पहला हैगा है सिंपल सबजैक्ट। सो सिंपल सबजैक्ट दे विच की है कि कोई एक सिंगल नेम दिता गया हुंदा है, वो नाम किसी परसन, प्लेस या थिंग का हो सकता है। मतलब कि किसी भी व्यक्ति का नाम, वस्तु का नाम या स्थान का नाम हो सकता है, या अबस्ट्रैक्ट नाउन कोई एक सिंगल दिता गया हो, ठीक है। फॉर एग्जाम्पल रबैका वाज निटिंग अ स्वेटर। सो इस सेंटेंस दे विच रबैका एक परसन का नेम दिता गया, तो इको नेम ही दिता गया, उहदे नाल आपां कोई एडिशनल इन्फॉर्मेशन नहीं दिती हो सबजैक्ट के बारे। तो इट मीनस कि ये एक सिंपल सबजैक्ट है। अगे सैकेंड टाइप है कंप्लीट सबजैक्ट, या इनू आपां सबजैक्ट कॉम्पलीमेंट भी कह दिंदे आ। तो इहदे विच की है सबजैक्ट का एक मॉडिफायर दिता गया है, मीनस सबजैक्ट का एक कॉम्पलीमेंट दिता गया है कि सबजैक्ट के बारे कुछ ना कुछ एडिशनल इन्फॉर्मेशन या जानकारी दी गई होंदी। फॉर एग्जाम्पल द वाइस मैन कॉल द एंबूलेंस। सो इस सेंटेंस दे विच द वाइस मैन वर्ड्स तीन ने पर इको बंदे बारे ही मैंशन आपां करदे पए, तां इट मीनस कि एक कंप्लीट सबजैक्ट है, ठीक है। मतलब कि सबजैक्ट के बारे कुछ होर एडिशनल इन्फॉर्मेशन देना उन्होंने आपां कंप्लीट सबजैक्ट कह दिंदे। थर्ड टाइप है कंपाउंड सबजैक्ट। हुण कंपाउंड जिवें कि नाम तो पता लग जाता है कि जिहदे विच दो या दो तो ज़्यादा सबजैक्ट्स नूं आपस दे विच कंजंक्शन ला के जोड़िया गया हुंदा है, तो उन्होंने असीं कंपाउंड सबजैक्ट कह दिंदे आ। जिवें एग्जाम्पल है होली एंड दिवाली आर माई फेवरेट फेस्टिवल्स। सो इहदे विच होली एंड दिवाली हुण दो सबजैक्ट्स ने, होली ते दिवाली, ते उन्हां नूं कंजंक्शन एंड ला के जोड़िया गया है। इट मीनस कि इहदे विच दो सबजैक्ट्स दिते गए ने, तां ये हो गया कंपाउंड सबजैक्ट। कई बारी दो या दो तो ज़्यादा भी हो सकते हैं, ठीक है। तां इहो ਜਿਹੇ ਜਿਹੜੇ सबजैक्ट ने उन्होंने असीं कह दिंदे आ कंपाउंड सबजैक्ट। सो सबजैक्ट ते प्रैडिकेट का मतलब जानने तो बाद हुण असीं गल करांगे ऑब्जैक्ट दी। तां ऑब्जैक्ट की हुंदा है? ऑब्जैक्ट हुंदा है हू रिसीव्स द एक्शन। इट मीनस जिंदे उपर काम कीता जाता है, ठीक है, उन्होंने असीं कह दिंदे आ ऑब्जैक्ट। सो किसी भी सेंटेंस दे विच दो पार्ट्स मेन हुंदे ने, एक हुंदा है सबजैक्ट, एक हुंदा है ऑब्जैक्ट। सबजैक्ट हुंदा है काम करने वाला, ते जिंदे उपर काम कीता गया है उन्होंने असीं कह दिंदे आ ऑब्जैक्ट। जिवें एक सेंटेंस है शी कुक्स फूड। हुण इहदे विच काम करने वाला कौन है? शी, तां हो गया सबजैक्ट, ते जिंदे उपर काम कीता गया है वो हैगा फूड, तो इट मीनस कि फूड इहदे विच हो गया ऑब्जैक्ट। सो इस तरीके नाल असीं लभ सकते हैं कि सबजैक्ट ते ऑब्जैक्ट किहड़े-किहड़े हुंदे ने। अगे आपां गल करते हैं टाइप्स ऑफ ऑब्जैक्ट। तां ऑब्जैक्ट बेसिकली दो तरह के होंदे ने, एक हुंदा है डायरैक्ट ऑब्जैक्ट, एक हुंदा है इनडायरैक्ट ऑब्जैक्ट। सो सब तो पहला असीं गल करांगे डायरैक्ट ऑब्जैक्ट बारे। सो कोई भी जिहड़ा वर्ब सेंटेंस विच यूज किया गया है, जे असीं उहदे तो क्वेश्चन पुछदे हां हू या वट ला के, तां उस क्वेश्चन का जिहड़ा सानूं आंसर मिलेगा उस नूं असीं कह दांगे कि एक डायरैक्ट ऑब्जैक्ट है। फॉर एग्जाम्पल रवि प्लेस क्रिकेट। हुण इस सेंटेंस दे विच सबजैक्ट किहड़ा है? रवि, क्योंकि वो काम करने वाला है, ते उन्हें किस उपर काम किया है? क्रिकेट के उपर, तो इट मीनस क्रिकेट की हो गया एक डायरैक्ट ऑब्जैक्ट दिता गया, ठीक है। तो इहदे विच तुसीं क्वेश्चन ला के भी तुसीं पुछ सकते जे हू या वट ला के। जिवें रवि प्लेस वट, आपां नूं अगे आंसर की मिलता है
क्रिकेट। तो इथों पता लग गया कि एक ऑब्जेक्ट है या डायरैक्ट ऑब्जेक्ट है। सैकेंड एग्जाम्पल है द मैकेनिक रिपेयर्ड द कार। सो इहदे विच तुसीं वेखो कि काम करने वाला कौन है, द मैकेनिक। द मैकेनिक हो गया सबजैक्ट, तो किस उपर उन्हें काम किया है, द कार के उपर, क्योंकि इन्हें कार नूं रिपेयर किया है। या तुसीं क्वेश्चन भी पूछ सकते जे हू या वट ला के वर्ब तो, जिवें द मैकेनिक रिपेयर्ड वट, भी उन्हें की ठीक किया, तो आंसर अगे की मिलेगा द कार। तो इथों पता लग गया कि एक ऑब्जेक्ट है। थर्ड है एलिस कॉट द बॉल। हुण इहदे विच काम करने वाला कौन है, एलिस, ते किंदे उपर काम किया गया है, द बॉल दे उपर। तो इट मीनस द बॉल एक डायरैक्ट ऑब्जेक्ट है। ठीक है, या तुसीं क्वेश्चन ला के भी पूछ सकते जे एलिस कॉट वट, आंसर की है द बॉल। ठीक है, अगे एक होर एग्जाम्पल है ही इनवाइटेड मैरी टू द पार्टी। हुण इहदे विच सबजैक्ट किहड़ा है, ही। ठीक है, ते जे तुसीं क्वेश्चन ला के भी पूछो ही इनवाइटेड हू टू द पार्टी या होम टू द पार्टी, तो अगे आंसर की होंदा आएगा, मैरी। तो इट मीनस मैरी इहदे विच एक डायरैक्ट ऑब्जेक्ट दिता गया है। ठीक है, सो ये होंदे ने डायरैक्ट ऑब्जेक्ट। तो डायरैक्ट ऑब्जेक्ट तो बाद हुण असीं गल करांगे इनडायरैक्ट ऑब्जेक्ट के बारे। तो इनडायरैक्ट ऑब्जेक्ट नूं जे असीं लभना है तो उस सेंटेंस दे विच डायरैक्ट ऑब्जेक्ट होना जरूरी है, क्योंकि डायरैक्ट ऑब्जेक्ट होवेगा तां ही असीं इनडायरैक्ट ऑब्जेक्ट लभ सकते हैं, अदरवाइज इनडायरैक्ट ऑब्जेक्ट उहदे विच हो ही नहीं सकता। ठीक है, तो इहनूं लभण वास्ते जिवें कि असीं डायरैक्ट ऑब्जेक्ट नूं जदों लभना है तो उदों असीं क्वेश्चन पुट करते सी हू या वट ला के। तो ये क्वेश्चन पुट करते सी असीं वर्ब तो असीं पुछना हू या वट ला के क्वेश्चन, तो जिहड़ा उहदा आंसर मिलता है वो होंदा है डायरैक्ट ऑब्जेक्ट। ते इनडायरैक्ट ऑब्जेक्ट लभण वास्ते असीं क्वेश्चन करना है फॉर हूम या टू हूम। तो टू हूम या फॉर हूम इन्हां दोनों तो असीं क्वेश्चन पुट करना है, ते ये क्वेश्चन असीं पुट करना है डायरैक्ट ऑब्जेक्ट तो। डायरैक्ट ऑब्जेक्ट तो असीं दोवें क्वेश्चन पूछांगे, जिहड़ा तुहानूं आंसर मिलेगा इट मीनस कि वो इनडायरैक्ट ऑब्जेक्ट है। सो एक एग्जाम्पल तुहाडे सामने है, दे सेंट हिम अ पोस्ट कार्ड। हुण इहदे विच सब तो पहला असीं डायरैक्ट ऑब्जेक्ट लभना है, क्योंकि डायरैक्ट ऑब्जेक्ट लभोगे इनडायरैक्ट ऑब्जेक्ट जिहड़ा वो अपने आप ही सानूं लभ जाएगा। तो इनडायरैक्ट डायरैक्ट वास्ते की सी, असीं क्वेश्चन पुट करते सी हू या वट ला के। तो हुण इहदे विच क्वेश्चन तुसीं पुछ के वेखो दे सेंट हिम वट, हुण अगे हुंदा वट दा आंसर मिलदा है ना, अ पोस्ट कार्ड। इट मीनस कि वो एक हो गया डायरैक्ट ऑब्जेक्ट। हुण अ पोस्ट कार्ड तो तुसीं हुण क्वेश्चन पूछो फॉर हूम, तो आंसर की आ जाएगा हिम। भी किहदे वास्ते, हिम मतलब उस वास्ते ये लैके आए पोस्ट कार्ड। तो इट मीनस कि सानूं दा आंसर मिलता पिया, तो हिम हो गया इनडायरैक्ट ऑब्जेक्ट। ठीक है, हिम इनडायरैक्ट ऑब्जेक्ट है ते अ पोस्ट कार्ड डायरैक्ट ऑब्जेक्ट है। सैकंड एग्जांपल आपां देखते हैं, ही बॉट हिज सन अ बाइक। हुण इहदे विच तुसीं पहला डायरैक्ट ऑब्जेक्ट लभो, जिवें क्वेश्चन पुट करो ही बॉट हिज सन वट, आंसर क्या होता है बाइक। तो इट मीनस बाइक की है डायरैक्ट ऑब्जेक्ट है। हुण अगे डायरैक्ट ऑब्जेक्ट तो ही असीं क्वेश्चन पुट करना है टू हूम या फॉर हूम। तो इहदे च आपां जे आपां क्वेश्चन पुट करिए आ बाइक तो फॉर हूम, ते अगे की आंदा आंसर आ जाता है हिज सन। इट मीनस कि हिज सन इनडायरैक्ट ऑब्जेक्ट है। ठीक है, ते आ बाइक ए डायरैक्ट ऑब्जेक्ट है। अगे थर्ड एग्जांपल है, मैरी रेड मारिया द बुक। हुण डायरैक्ट ऑब्जेक्टिव इहदे विच आपां लभना है मैरी रेड मारिया वट, आंसर की मिलता है द बुक।
ਤਾਂ बुक हो गया डायरैक्ट ऑब्जेक्ट। ठीक है, तो ਇਹਦੇ ਤੋਂ ਆਪਾਂ ਦਾ बुक ਤੋਂ ਹੁਣ ਅਸੀਂ क्वेश्चन ਪੁੱਛੀਏ फॉर whom, तो आंसर आ जाएगा मारिया। तो इट मीन्स कि मारिया ये इनडायरैक्ट ऑब्जेक्ट है ते द बुक ये डायरैक्ट ऑब्जेक्ट। सबजैक्ट ऑब्जेक्ट ते प्रेडिकेट ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਅਸੀਂ ਹੁਣ ਇਹਦੇ ਰਿਲੇਟਡ ਇੱਕ ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਕਿ ਤੁਹਾਨੂੰ ਬਿਲਕੁਲ ਇਹਨਾਂ ਬਾਰੇ ਕਲੀਅਰ ਹੋ ਜਾਏਗਾ ਤਿੰਨਾਂ ਬਾਰੇ। ਤਾਂ ਸੈਂਟੈਂਸ ਇੱਕ ਦਿੱਤਾ ਗਿਆ ਹੈ ਮਾਈ ਯੰਗਰ ਬ੍ਰਦਰ ਸਰਵਸ ਇਨ ਦਾ ਆਰਮੀ। ਹੁਣ ਇਹਨਾਂ ਵਿੱਚੋਂ ਆਪਾਂ ਤਿੰਨੇ ਚੀਜ਼ਾਂ ਲੱਭਣੀਆਂ, ਸਬਜੈਕਟ ਵੀ, ਪ੍ਰੈਡੀਕੇਟ ਵੀ ਤੇ ਆਬਜੈਕਟ ਵੀ। ਤਾਂ ਸਬਜੈਕਟ ਲੱਭਣ ਵਾਸਤੇ ਅਸੀਂ ਹੂ ਜਾਂ ਵਟ ਲਾ ਕੇ ਅਸੀਂ ਕੁਐਸਚਨ ਪੁੱਛਣਾ ਹੈ ਤੇ ਇਹ ਕੁਐਸਚਨ ਪੁੱਛਣਾ ਅਸੀਂ ਪ੍ਰੈਡੀਕੇਟ ਵਾਲੀ ਸਾਈਡ ਤੋਂ। ਠੀਕ ਹੈ, ਤਾਂ ਕੁਐਸਚਨ ਕੀ ਬਣਦਾ ਹੈ ਹੂ ਸਰਵਸ ਇਨ ਦਾ ਆਰਮੀ, ਤਾਂ ਆਨਸਰ ਕੀ ਮਿਲੇਗਾ ਮਾਈ ਯੰਗਰ ਬ੍ਰਦਰ। ਤਾਂ ਇਟ ਮੀਨਸ ਕਿ ਇਹ ਹੋ ਗਿਆ ਸਬਜੈਕਟ ਤੇ ਬਾਕੀ ਜਿੰਨੇ ਦੇ ਜਿੰਨਾ ਪਾਰਟ ਰਹਿ ਗਿਆ ਉਹ ਸਾਰੇ ਦਾ ਸਾਰਾ ਹੁੰਦਾ ਹੈ ਪ੍ਰੈਡੀਕੇਟ। ਠੀਕ ਹੈ, ਤੇ ਇਸ ਵਿੱਚ ਅਸੀਂ ਜੇ ਆਬਜੈਕਟ ਲੱਭਣਾ ਹੈ ਤਾਂ ਆਬਜੈਕਟ ਵਾਸਤੇ ਅਸੀਂ ਵਰਬ ਤੋਂ ਕੁਐਸਚਨ ਪੁੱਛਣਾ ਹੈ ਹੂ ਜਾਂ ਵਟ ਲਾ ਕੇ। ਠੀਕ ਹੈ, ਤਾਂ ਸਰਵਸ ਇਨ ਵਟ, ਆਨਸਰ ਕੀ ਮਿਲਦਾ ਹੈ ਦ ਆਰਮੀ। ਇਟ ਮੀਨਸ ਦ ਆਰਮੀ ਦੇ ਵਿੱਚ ਆਬਜੈਕਟ ਹੈ। ਸੈਕਿੰਡ ਹੈ ਦ ਬਿਊਟੀਫੁਲ ਵੂਮਨ ਵਾਸ wearing a red dress। ਹੁਣ ਇਹਦੇ ਵਿੱਚ ਅਸੀਂ ਸਬਜੈਕਟ ਲੱਭਣਾ ਹੈ, ਹੂ ਜਾਂ ਵਟ ਲਾ ਕੇ ਤੁਸੀਂ ਕੁਐਸਚਨ ਕਰੋ ਹੂ ਵਾਸ wearing a red dress, ਤਾਂ ਆਨਸਰ ਕੀ ਆਏਗਾ the beautiful woman। it means the beautiful woman ਇੱਕ ਸਬਜੈਕਟ ਹੈ ਤੇ ਬਾਕੀ ਜਿੰਨਾ ਪਾਰਟ ਰਹਿ ਗਿਆ ਉਹ ਪ੍ਰੈਡੀਕੇਟ ਹੈ। ਠੀਕ ਹੈ, ਆਬਜੈਕਟ ਲੱਭਣ ਵਾਸਤੇ ਹੁਣ ਅਸੀਂ ਕੁਐਸਚਨ ਪੁੱਟ ਕਰਾਂਗੇ was wearing what, ਆਨਸਰ ਕੀ ਆ ਗਿਆ a red dress, so it means कि एक object है। थर्ड है a mason makes house of bricks। ਤਾਂ subject ਲੱਭਣਾ ਤੇ who ਜਾਂ what ਲਾ ਕੇ question ਤੁਸੀਂ ਪੁੱਛੋ who makes house of bricks, ਆਨਸਰ ਕੀ ਮਿਲੇਗਾ a mason। ਤਾਂ it means a mason ਇੱਕ subject ਹੈ, ਬਾਕੀ ਜਿੰਨੇ ਤੇ ਜਿੰਨਾ ਪਾਰਟ ਰਹਿ ਗਿਆ ਉਹ ਸਾਰੇ ਦਾ ਸਾਰਾ predicate ਹੈ। ਤੇ ਆਬਜੈਕਟ ਜੇ ਲੱਭਣਾ ਹੈ ਤਾਂ ਹੂ ਜਾਂ ਵਟ ਲਾ ਕੇ ਤੁਸੀਂ ਕੁਐਸਚਨ ਪੁੱਛੋ ਵਰਬ ਤੋਂ ਮੇਕਸ ਹਾਊਸ ਆਫ ਵਟ, ਤਾਂ ਆਨਸਰ ਕੀ ਆ ਗਿਆ ਬ੍ਰਿਕਸ। ਤਾਂ ਬ੍ਰਿਕਸ ਇਹਦੇ ਵਿੱਚ ਆਬਜੈਕਟ। ਫੋਰਥ ਹੈ ਅੱਗੇ ਆ ਰਿਚ ਪ੍ਰੀਟੀ ਵੂਮਨ ਗੇਵ ਮੀ ਅ ਪਰਸ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਕੁਐਸਚਨ ਪੁੱਟ ਕਰ ਸਕਦੇ ਹਾਂ ਹੂ ਗੇਵ ਮੀ ਅ ਪਰਸ, ਤਾਂ ਆਨਸਰ ਕੀ ਆ ਗਿਆ a rich pretty woman। ਤਾਂ a rich pretty woman ਇਹ ਕੀ ਹੋ ਗਿਆ ਪੂਰੇ ਦਾ ਪੂਰਾ ਸਬਜੈਕਟ ਤੇ ਬਾਕੀ ਜਿਹੜਾ ਪਾਰਟ ਰਹਿ ਗਿਆ ਉਹ ਹੈਗਾ ਪ੍ਰੈਡੀਕੇਟ। ਤਾਂ gave me what, ਆਨਸਰ ਕੀ ਆ ਗਿਆ a purse। ਤਾਂ a purse ਇਹਦੇ ਵਿੱਚ ਹੋ ਗਿਆ ਆਬਜੈਕਟ। ਨੈਕਸਟ ਹੈ the soup tastes good। ਹੁਣ ਇਹਦੇ ਵਿੱਚ ਤੁਸੀਂ ਦੇਖੋ what tastes good, ਤਾਂ ਆਨਸਰ ਕੀ ਆਏਗਾ the soup। so the soup ਹੋ ਗਿਆ ਸਬਜੈਕਟ, ਬਾਕੀ ਪਾਰਟ ਹੋ ਗਿਆ ਪ੍ਰੈਡੀਕੇਟ। ਤਾਂ taste what, ਆਨਸਰ ਕੀ ਆਇਆ good, ਤਾਂ good ਕੀ ਹੋ ਗਿਆ ਇਹਦਾ ਆਬਜੈਕਟ। ਲਾਸਟ ਹੈ my students always do their homework। ਹੁਣ ਇਹਦੇ ਵਿੱਚ who always do their homework, आंसर क्या आ गया my students। तो my students की हो गया सब्जेक्ट, बाकी पार्ट सारा हो गया प्रेडिकेट। ठीक है, तो always do their what, तो आंसर क्या आ गया homework, तो ये हो गया ऑब्जेक्ट। ठीक है, so it was all about subject, object and predicate। I hope you like this video. Please leave your fruitful comments on this video so that I can bring more changes in the future videos. Thanks for watching this video. Please subscribe my channel and also press the bell icon to get the new notifications of my video. Thank you to all.